ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਭਾਰਤ ਦਾ ਇੱਕ ਸੂਬਾ ਹੈ ਆਂਧਰਾ ਪ੍ਰਦੇਸ਼। ਉੱਥੇ 1970 ਦੇ ਵਿੱਚ ਇੱਕ ਕੁੜੀ ਦਾ ਜਨਮ ਹੁੰਦਾ ਹੈ ਜਿਹਦਾ ਨਾਂ ਰੱਖਿਆ ਜਾਂਦਾ ਹੈ ਜੋਈਥੀ। ਜੋਈਥੀ ਦਾ ਪਰਿਵਾਰ ਬਹੁਤ ਗਰੀਬ ਹੈ। 5 ਕੁੜੀਆਂ ਨੇ ਉਸ ਪਰਿਵਾਰ ਦੇ ਵਿੱਚ, ਜਿਹੜੀਆਂ ਉਹਦੀਆਂ ਭੈਣਾਂ ਨੇ। ਇਹਦਾ ਨੰਬਰ ਦੂਜਾ ਹੈ, ਯਾਨੀ ਦੂਜੇ ਨੰਬਰ ਦੀ ਕੁੜੀ ਜੋਇਥੀ ਆਂਧਰਾ ਦੇ ਵਿੱਚ 1970 'ਚ ਪੈਦਾ ਹੁੰਦੀ ਹੈ। ਗਰੀਬੀ ਬਹੁਤ ਜ਼ਿਆਦਾ ਹੈ, ਮਜ਼ਦੂਰੀ ਕਰਦਾ ਪਿਓ, ਅਤੇ ਗਰੀਬੀ ਦੇ ਨਾਲ ਨਾਲ ਮੁਸ਼ਕਲ ਇੱਕ ਹੋਰ ਹੁੰਦੀ ਹੈ। ਉਹ ਹੈ ਕਿ ਜੋਤੀ ਦੀ ਮਾਂ ਦੀ ਮੌਤ ਹੋ ਜਾਂਦੀ ਹੈ, ਯਾਨੀ 5 ਭੈਣਾਂ ਮਾਂ ਤੋਂ ਬਿਰਵੀਆਂ ਹੋ ਜਾਂਦੀਆਂ ਨੇ। ਅਤੇ ਫਿਰ ਹੁੰਦਾ ਕੀ ਹੈ ਕਿ ਪਾਲਣਾ 5 ਕੁੜੀਆਂ ਨੂੰ ਬਹੁਤ ਔਖਾ ਹੁੰਦਾ ਹੈ ਉਹਨਾਂ ਦੇ ਪਿਤਾ ਤੋਂ। ਤਾਂ ਫੈਸਲਾ ਇਹ ਹੁੰਦਾ ਹੈ ਕਿ ਕੁਝ ਕੁੜੀਆਂ ਨੂੰ ਯਤੀਮਖਾਨੇ ਛੱਡ ਦਿੱਤਾ ਜਾਵੇ। ਨੰਬਰ ਜੋਈਥੀ ਦਾ ਲੱਗਦਾ ਹੈ, ਇਸ ਨੂੰ ਯਤੀਮਖਾਨੇ ਭੇਜ ਦਿੱਤਾ ਜਾਂਦਾ ਹੈ। ਅਤੇ ਇਹ ਕੁੜੀ 10ਵੀਂ ਤੱਕ ਯਤੀਮਖਾਨੇ 'ਚ ਪੜ੍ਹਦੀ ਹੈ। ਫੈਸਲਾ ਉਦੋਂ ਇਹ ਹੋਇਆ ਸੀ ਜਦੋਂ ਛੱਡਿਆ ਗਿਆ ਸੀ ਕਿ ਜਦੋਂ ਇਹ 10ਵੀਂ ਕਰ ਲੂਗੀ ਉਸ ਵੇਲੇ ਇਹਦਾ ਪਿਤਾ ਇਸ ਨੂੰ ਵਾਪਸ ਲੈ ਜਾਊਗਾ। ਤੋਂ ਵਾਪਸ ਲੈ ਆਉਂਦਾ ਹੈ। ਉਸ ਵੇਲੇ ਇਹਦੀ ਉਮਰ 16 ਸਾਲ ਦੀ ਹੁੰਦੀ ਹੈ। 16 ਸਾਲ ਦੀ ਜੋਇਥੀ ਅੱਗੇ ਪੜ੍ਹਨਾ ਚਾਹੁੰਦੀ ਹੈ, ਕੁਝ ਵੱਡਾ ਕਰਨਾ ਚਾਹੁੰਦੀ ਹੈ, ਪਰ ਇਹਦਾ ਪਿਤਾ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਮੈਂ ਆਪਣੇ ਜਿਉਂਦੇ ਜੀ ਆਪਣੀ ਕਬੀਲਦਾਰੀ ਨਿਬੇੜਦਾ। ਇਹ ਦੂਜੇ ਨੰਬਰ ਦੀ ਹੈ। 16 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਕਿ ਬਾਕੀਆਂ ਦੇ ਵੀ ਕਰਨੇ ਨੇ, ਤੂੰ ਦੂਜੇ ਨੰਬਰ ਦੀ ਹੈ, ਪਹਿਲਾਂ ਵੱਡੀ ਦਾ ਕੀਤਾ, ਹੁਣ ਤੇਰਾ ਕਰ ਦੇਣਾ। ਬਹੁਤ ਵਿਰੋਧ ਕਰਦੀ ਹੈ, ਪਰ ਨਹੀਂ, ਦੂਰ ਕੋਈ ਰਿਸ਼ਤੇਦਾਰ ਮੁੰਡਾ ਲੱਭਦੇ ਨੇ, ਉਹਦੇ ਨਾਲ ਇਹਦਾ ਵਿਆਹ ਕਰ ਦਿੱਤਾ ਜਾਂਦਾ। ਸਿਰਫ ਇੱਥੇ ਦੀ ਗੱਲ ਖਤਮ ਹੁੰਦੀ। ਪਹਿਲੇ 2 ਸਾਲਾਂ ਦੇ ਵਿੱਚ ਇਹ 2 ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਮਤਲਬ ਜਿਹੜੀ ਕੁੜੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ, ਅੱਗੇ ਪੜ੍ਹਨਾ ਚਾਹੁੰਦੀ ਸੀ, ਉਹ 2 ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਪਰ ਇਸ ਦੇ ਬਾਵਜੂਦ ਉਹ ਆਪਣੇ ਅੰਦਰ ਉਹ ਚਿੰਨ੍ਹ ਨੂੰ ਨਹੀਂ ਮਰਨ ਦਿੰਦੀ, ਕੁਛ ਕਰਨ ਦੀ ਚਿੰਨ੍ਹ ਨੂੰ। 1988 ਦੇ ਵਿੱਚ, ਯਾਨੀ 70 'ਚ ਪੈਦਾ ਹੋਈ, 1988 ਦੀ ਗੱਲ ਜੇ ਆਪਾਂ ਦੱਸੀਏ, ਜੋ ਉਹਦੀ ਆਤਮ ਕਥਾ ਚਾਹੁੰਦੀ ਹੈ ਕਿ ਉਹ ਇੱਕ ਅਡਲਟ ਐਜੂਕੇਸ਼ਨ ਦੀ ਕੁਝ ਸੰਸਥਾ ਹੈ, ਬਾਲਗ ਸਿੱਖਿਆ ਦੀ, ਉਹਦੇ ਵਿੱਚ ਅਧਿਆਪਕ ਲੱਗ ਜਾਂਦੀ ਹੈ, ਬਜ਼ੁਰਗਾਂ ਨੂੰ ਪੜ੍ਹਾਉਣ ਲੱਗ ਜਾਂਦੀ ਹੈ। ਇਉਂ ਕਹਿ ਲਈਏ 120 ਰੁਪਏ ਮਿਲਦੇ ਨੇ ਉਹਨੂੰ ਮਹੀਨੇ ਦੇ। ਉਹ ਕਹਿੰਦੀ ਕਿ 120 ਨਾਲ ਇੰਨਾ ਕੁਛ ਹੋਇਆ ਕਿ ਮੇਰੇ ਬੱਚਿਆਂ ਨੂੰ ਦੁੱਧ ਮਿਲਣਾ ਸ਼ੁਰੂ ਹੋ ਗਿਆ, ਅਤੇ ਕਦੇ ਕਦੇ ਉਹਨਾਂ ਨੂੰ ਮੈਂ ਫਰੂਟ ਵੀ ਦੇ ਦਿੰਦੀ ਸੀ, ਫਲ ਵੀ ਦੇ ਦਿੰਦੀ ਸੀ। ਸੋ ਪਰ ਉਹ ਕੋਈ ਚੰਗੀ ਨੌਕਰੀ ਦੀ ਤਲਾਸ਼ ਜਾਰੀ ਰੱਖਦੀ ਹੈ, ਆਪਦਾ ਭਵਿੱਖ ਉਹ ਵਧੀਆ ਬਣਾਉਣਾ ਚਾਹੁੰਦੀ ਹੈ। ਕੁਛ ਮਹੀਨੇ ਬਾਅਦ ਉਹਨੂੰ ਇੱਕ ਹੋਰ ਨੌਕਰੀ ਮਿਲਦੀ ਹੈ, ਉਹਦੇ 'ਚ ਉਹਨੂੰ 200 ਰੁਪਏ ਮਹੀਨੇ ਮਿਲਣ ਲੱਗਦੇ ਨੇ। ਪਰ ਉਹਦੇ 'ਚ ਰੌਲਾ ਇਹ ਹੈ ਕਿ ਹੁਣ ਉਹਨੂੰ ਪਿੰਡ ਛੱਡਣਾ ਪੈਣਾ। ਉਹ ਪਿੰਡ ਛੱਡ ਦਿੰਦੀ ਹੈ। ਉਹਦਾ ਪਤੀ ਕਹਿੰਦਾ ਨਾ ਛੱਡਣਾ, ਕਹਿੰਦੀ ਮੈਂ ਛੱਡਣਾ। ਉੱਥੇ ਇੱਕ ਕਸਬਾ ਹੈ ਹਾਨਾ ਮੋਕੰਡਾ, ਉੱਥੇ ਜਾ ਕੇ ਉਹ ਰਹਿਣਾ ਸ਼ੁਰੂ ਕਰ ਦਿੰਦੀ ਹੈ। ਹੁਣ 200 ਰੁਪਏ ਦੇ ਵਿੱਚ ਕਿਵੇਂ ਰਹੇ। ਫਿਰ ਉਹ ਇੱਕ ਹੋਰ ਕੰਮ ਕਰਦੀ ਹੈ, ਠੇਕਾ ਕਰਦੀ ਹੈ ਕਿਸੇ ਟੇਲਰ ਨਾਲ। ਉਹਦੇ ਨਾਲ ਇੱਕ ਪੇਟੀਕੋਟ ਦਾ, ਉੱਥੇ ਸਾੜੀਆਂ ਪਾਉਂਦੇ ਲੋਕ, ਇੱਕ ਪੇਟੀਕੋਟ ਦਾ 1 ਰੁਪਈਆ ਲੈਂਦੀ ਹੈ। ਹਰ ਰੋਜ਼ ਉਹਦਾ ਟੀਚਾ 25 ਪੇਟੀਕੋਟ ਤਿਆਰ ਕਰ ਲੈਂਦੀ ਹੈ, ਯਾਨੀ 25 ਰੁਪਏ ਉੱਧਰੋਂ ਕਮਾ ਲੈਂਦੀ ਹੈ। ਇੰਨੀ ਮਿਹਨਤ ਕਰ ਰਹੀ ਹੈ ਉਹ ਕੁੜੀ। ਤੋ ਕਰਦੀ ਕਰਦੀ ਇੱਕ ਦਿਨ ਐਸਾ ਆਉਂਦਾ ਹੈ ਕਿ ਉਹਨੂੰ ਇੱਕ ਹੋਰ ਨੌਕਰੀ ਆਫਰ ਹੁੰਦੀ ਹੈ, ਉਹ ਵੀ ਛੱਡ ਦਿੰਦੀ ਹੈ। ਅਤੇ ਉਹ ਨਵੀਂ ਨੌਕਰੀ ਲਾਇਬ੍ਰੇਰੀਅਨ ਦੀ ਹੈ।
ਉਹਦੇ 'ਚ ਚਲੀ ਜਾਂਦੀ ਹੈ। ਹੁਣ ਉਹਦੇ ਮਨ 'ਚ ਆਉਂਦਾ ਹੈ ਕਿ ਮੈਂ ਪੜ੍ਹਾਂ, ਮੈਂ ਲਾਇਬ੍ਰੇਰੀ 'ਚ ਤਾਂ ਬੈਠੀ ਹਾਂ। ਉਹ ਪੜ੍ਹਨਾ ਸ਼ੁਰੂ ਕਰਦੀ ਹੈ, ਓਪਨ ਸਕੂਲ 'ਚ ਦਾਖਲਾ ਲੈ ਲੈਂਦੀ ਹੈ। ਹੁਣ ਇਹ ਦੇਖਣ ਵਾਲੀ ਗੱਲ ਹੈ। ਆਮ ਤੌਰ 'ਤੇ ਆਪਾਂ ਬਹਾਨੇ ਲਾਉਂਦੇ ਨਾ ਵੀ ਮੇਰੇ ਕੋਲ ਪੈਸਾ ਨਹੀਂ ਜੀ, ਮੇਰਾ ਵਿਆਹ ਹੋ ਗਿਆ ਜਾਂ ਇਹ ਹੋ ਗਿਆ। ਇਹਦੇ ਬੱਚੇ ਵੀ ਹੋ ਗਏ, ਕੰਮ ਵੀ ਖੁਦ ਕਰਦੀ ਹੈ, ਸਾਰਾ ਕੁਛ ਕਰਕੇ ਦਾਖਲਾ ਲੈ ਲੈਂਦੀ ਹੈ ਔਰ ਅਗਲੀ ਪੜ੍ਹਾਈ ਜਿਹੜੀ ਹੈ ਓਪਨ ਸਕੂਲ ਨਾਲ ਕਰਦੀ ਹੈ। ਬੀਐਡ ਕਰਕੇ 1992 ਦੇ ਵਿੱਚ ਅਧਿਆਪਕ ਲੱਗ ਜਾਂਦੀ ਹੈ। ਹੁਣ ਉਹਨੂੰ ਇੱਕ ਛੋਟੀ ਜਿਹੀ ਤਸੱਲੀ ਵਾਲੀ ਮੰਜ਼ਿਲ ਮਿਲਦੀ ਹੈ ਕਿ ਮੈਂ ਘੱਟੋ ਘੱਟ ਅਧਿਆਪਕ ਤਾਂ ਲੱਗੀ। ਅਤੇ ਹੁਣ ਸਰਕਾਰੀ ਅਧਿਆਪਕ ਲੱਗ ਕੇ ਉੱਥੇ ਨਹੀਂ ਖੜ੍ਹਦੀ, ਪਰ ਉੱਥੇ ਇੱਕ ਹੋਰ ਮੁਸ਼ਕਿਲ ਪੈਦਾ ਹੁੰਦੀ ਹੈ। ਜਿਹੜੀ ਉਹਦੀ ਪਹਿਲੀ ਪੋਸਟਿੰਗ ਹੁੰਦੀ ਹੈ ਉਹ ਤਕਰੀਬਨ 70 ਕਿਲੋਮੀਟਰ ਦੂਰ ਹੁੰਦੀ ਹੈ ਜਿੱਥੇ ਉਹ ਹੁਣ ਰਹਿ ਰਹੀ ਹੈ, ਜਿਹੜਾ ਕਸਬਾ ਮੈਂ ਤੁਹਾਨੂੰ ਦੱਸਿਆ ਸੀ ਉੱਥੋਂ। ਅਤੇ ਉਹ ਫਿਰ ਉੱਥੇ ਇੱਕ ਨਵਾਂ ਤਰੀਕਾ, ਇਹ ਸਮਝਣ ਵਾਲੀ ਗੱਲ ਹੈ ਕਿ ਜਿਹਨੇ ਕੁਛ ਕਰਨਾ ਹੈ, ਜਿਹਦੇ ਵਿੱਚ ਕੁਛ ਕਰਨ ਦੀ ਚਿੰਨ੍ਹ ਹੁੰਦੀ ਹੈ, ਕੋਈ ਵੱਡਾ ਕਰਨਾ ਚਾਹੁੰਦਾ ਹੈ, ਉਹ ਤਰੀਕੇ ਲੱਭ ਲੈਂਦੇ ਨੇ। ਫਿਰ ਮਿਹਨਤ ਦੇ ਤਰੀਕੇ ਵੀ, ਕੰਮ ਦੇ ਵੀ। 70 ਕਿਲੋਮੀਟਰ ਜਾਣਾ ਹੈ, 70 ਕਿਲੋਮੀਟਰ ਆਉਣਾ ਹੈ। ਇਹ ਗੱਡੀਆਂ ਦੇ ਵਿੱਚ ਤੁਰਦੀ ਫਿਰਦੀ ਸਾੜੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੰਦੀ ਹੈ। ਜਾਣੀ ਉਹਦਾ ਕਿਰਾਇਆ ਵੀ ਕੱਢਦੀ ਹੈ, ਵਾਧੂ ਇਨਕਮ ਵੀ ਲੈਂਦੀ ਹੈ। ਅਧਿਆਪਕ ਲੱਗੀ ਹੋਈ ਹੈ, ਗੱਡੀ ਚੜ੍ਹਦੀ ਹੈ, ਸਾੜੀਆਂ ਵੇਚਦੀ ਹੈ, ਆਪਦੇ ਟਿਕਾਣੇ 'ਤੇ ਆਉਂਦੀ ਹੈ ਅਤੇ ਫਿਰ ਅਗਲੇ ਦਿਨ ਸਾੜੀਆਂ ਲੈ ਕੇ ਚਲੀ ਜਾਂਦੀ ਹੈ, ਪੜ੍ਹਾਉਂਦੀ ਹੈ। ਇਸ ਤਰ੍ਹਾਂ ਰੂਟੀਨ ਚੱਲਦੀ ਹੈ। ਇਹਨਾਂ ਦਿਨਾਂ ਦੇ ਵਿੱਚ ਉਹਦਾ ਇੱਕ ਰਿਸ਼ਤੇਦਾਰ ਅਮਰੀਕਾ ਤੋਂ ਆਉਂਦਾ ਹੈ। ਉਹ ਅਮਰੀਕਾ ਦੀਆਂ ਗੱਲਾਂ ਸੁਣਾਉਂਦਾ ਹੈ। ਉਹ ਦੱਸਦਾ ਵੀ ਉੱਥੇ ਸਾਡੇ ਬੰਦੇ ਜਿਹੜੇ ਨੇ ਨਾ ਕੰਪਿਊਟਰ ਲਾਈਨ 'ਚ ਬੜੇ ਕਾਮਯਾਬ ਨੇ। ਇਹ ਤਾਂ ਪਹਿਲਾਂ ਵੀ ਜੋ ਇੱਥੇ ਪਹਿਲਾਂ ਵੀ ਕੰਪਿਊਟਰ ਸਿੱਖਣਾ ਚਾਹੁੰਦੀ ਸੀ, ਲੇਕਿਨ ਇਹਦੇ ਕੋਲ ਸਾਧਨ ਨਹੀਂ ਸੀ। ਅਤੇ ਜਦੋਂ ਉਹ ਆ ਕੇ ਵਾਰ-ਵਾਰ ਅਮਰੀਕਾ ਦੀ ਗੱਲ ਸੁਣਾਉਂਦਾ ਹੈ, ਪੈਸਾ ਉੱਥੇ ਬਹੁਤ ਹੈ, ਸਾਡੇ ਬੰਦੇ ਉੱਥੇ ਮਿਹਨਤ ਬਹੁਤ ਕਰਦੇ ਨੇ, ਇਹੋ ਜਿਹੀਆਂ ਗੱਲਾਂ ਦੱਸਦਾ ਹੈ। ਇਹ ਕੀ ਕਰਦੀ ਹੈ, ਇਹ ਛੁੱਟੀ ਲੈ ਲੈਂਦੀ ਹੈ। ਅਤੇ ਕੋਈ ਰਿਸਕ ਲਏ ਬਿਨਾਂ ਕਦੇ ਵੀ ਜ਼ਿੰਦਗੀ 'ਚ ਕਾਮਯਾਬੀ ਨਹੀਂ ਮਿਲਦੀ। ਕਈ ਬੰਦੇ ਇੱਕ ਥਾਂ 'ਤੇ ਲੱਗੇ ਰਹਿੰਦੇ ਨੇ ਨਾ, ਉਹਨਾਂ ਲਈ ਵੀ ਜ਼ਰੂਰੀ ਹੈ। ਛੁੱਟੀ ਲੈ ਕੇ ਹੈਦਰਾਬਾਦ ਚਲੀ ਜਾਂਦੀ ਹੈ, ਕਿਉਂਕਿ ਉੱਥੇ ਛੋਟੇ ਕਸਬੇ ਦੇ ਵਿੱਚ ਕੰਪਿਊਟਰ ਸਾਫਟਵੇਅਰ ਸਿਖਾਉਣ ਲਈ ਕੋਈ ਕੰਪਨੀ ਨਹੀਂ ਸੀ, ਕੋਈ ਸਕੂਲ ਨਹੀਂ ਸੀ। ਇਹ ਉੱਥੇ ਜਾ ਕੇ ਕੰਪਿਊਟਰ ਸਾਫਟਵੇਅਰ ਦਾ ਕੋਰਸ ਕਰਨ ਲੱਗ ਜਾਂਦੀ ਹੈ, ਪਾਸਪੋਰਟ ਬਣਾਉਂਦੀ ਹੈ, ਵੀਜ਼ਾ ਅਪਲਾਈ ਕਰਦੀ ਹੈ। ਉਹਨਾਂ ਦਿਨਾਂ 'ਚ ਵੀਜ਼ਾ ਜਿਹੜਾ ਕੰਪਿਊਟਰ ਦਾ ਹੁੰਦਾ ਸੀ ਮਾਹਰ, ਉਹਨੂੰ ਬੜੀ ਜਲਦੀ ਮਿਲ ਜਾਂਦਾ ਸੀ। ਇਹਦਾ ਵੀਜ਼ਾ ਲੱਗ ਜਾਂਦਾ, ਅਮਰੀਕਾ ਪਹੁੰਚ ਜਾਂਦੀ ਹੈ। ਪਰ ਪ੍ਰੋਬਲਮ ਉੱਥੇ ਇੱਕ ਹੋਰ ਆਉਂਦੀ ਹੈ, ਇਹਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਹੁਣ ਅੰਗਰੇਜ਼ੀ ਆਉਂਦੀ ਨਹੀਂ, ਸਾਫਟਵੇਅਰ ਦੀ ਕੰਪਨੀ 'ਚ ਨੌਕਰੀ ਨਹੀਂ ਮਿਲਦੀ। ਛੋਟੇ ਮੋਟੇ ਕੰਮ ਕਰਨੇ, ਬਰਤਨ ਧੋਣੇ, ਹੋਟਲਾਂ 'ਚ ਰੈਸਟੋਰੈਂਟ 'ਚ ਜਾਣਾ ਕੰਮ, ਜਿਵੇਂ ਸਾਡੇ ਆਮ ਲੋਕ ਕਰਦੇ ਨੇ ਸ਼ੁਰੂ 'ਚ ਜਾ ਕੇ। ਇਹ ਜਿੰਨਾ ਚਿਰ ਤੁਹਾਨੂੰ ਆਪਣੇ ਖੇਤਰ 'ਚ ਕੰਮ ਨਹੀਂ ਮਿਲਦਾ, ਇਸ ਤਰ੍ਹਾਂ ਹੀ ਕਰਦੇ ਨੇ, ਹੁਣ ਵੀ ਕਰਦੇ ਨੇ, ਇਹ ਵੀ ਕਰਦੀ। ਬੜੀ ਮਿਹਨਤ ਕੀਤੀਆਂ ਨੇ। ਦੇਖਣ ਵਾਲੀ ਗੱਲ ਹੈ। ਬੱਚੇ ਇੱਥੇ ਨੇ, ਪਤੀ ਕੋਲ, ਆਪ ਮਿਹਨਤ ਕਰ ਰਹੀ ਹੈ, ਸੁਪਨੇ ਵੱਡੇ ਨੇ, ਸੁਪਨੇ ਮਚਲ ਰਹੇ ਨੇ, ਉਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ। ਮਾਨਸਿਕ ਤੌਰ 'ਤੇ ਦੇਖੋ ਕਿੰਨਾ ਔਖਾ ਹੁੰਦਾ, ਲੇਕਿਨ ਇੱਕ ਦਿਨ ਉਹਨੂੰ ਸਾਫਟਵੇਅਰ ਕੰਪਨੀ 'ਚ ਕੰਮ ਮਿਲ ਜਾਂਦਾ। ਉੱਥੇ ਮਿਹਨਤ ਕਰਦੀ ਹੈ, ਅੰਗਰੇਜ਼ੀ ਦਾ ਵੀ ਥੋੜ੍ਹਾ ਬਹੁਤਾ ਅਭਿਆਸ ਹੋ ਜਾਂਦਾ। ਸਾਡੇ ਤਾਂ ਅਨਪੜ੍ਹ ਬੰਦੇ ਵੀ ਉੱਥੇ ਜਾ ਕੇ ਅੰਗਰੇਜ਼ੀ ਬੋਲਣ ਲੱਗ ਜਾਂਦੇ ਨੇ। ਤਾਂ ਉੱਥੇ ਫਿਰ ਉਸ ਦਾ ਲਾਹਾ ਲੈ ਕੇ ਇਹ ਇੱਕ ਆਪਣੀ ਕੰਪਨੀ ਬਣਾਉਂਦੀ ਹੈ। ਉਹਦਾ ਨਾਂ ਰੱਖਦੀ ਹੈ ਕੀ ਸਾਫਟਵੇਅਰ ਸਲਿਊਸ਼ਨਸ। ਅਤੇ ਕੰਪਨੀ ਉਹ ਕੰਮ ਕਰਦੀ ਹੈ, ਖੁਦ ਦੀ ਕੰਪਨੀ ਇਹਦੀ, ਔਰ ਮਿਹਨਤੀ ਤਾਂ ਪਹਿਲਾਂ ਹੀ ਸੀ। ਸੋ ਜੋ ਇੱਥੇ ਦਾ ਕੰਮ ਚੱਲ ਨਿਕਲਦਾ। ਅਤੇ ਗੱਲ ਇਹ ਹੈ, ਉਦੋਂ ਬਾਅਦ ਉਹਦੀ ਆਟੋਬਾਇਓਗ੍ਰਾਫੀ ਆਉਂਦੀ ਹੈ। ਉਹ ਆਪਦੀ ਆਤਮ ਕਥਾ ਲਿਖਦੀ ਹੈ, ਦੱਸਦੀ ਹੈ ਲੋਕਾਂ ਨੂੰ ਕਿ ਇੱਕ ਵੇਲੇ ਮੈਂ 5 ਰੁਪਏ ਦਿਹਾੜੀ 'ਤੇ ਕੰਮ ਕਰਦੀ ਸੀ, 5 ਰੁਪਏ ਮਜ਼ਦੂਰੀ ਮਿਲਦੀ ਸੀ ਮੈਨੂੰ, ਅਤੇ ਹੁਣ ਉਹ ਕਰੋੜਾਂ ਅਰਬਾਂ ਰੁਪਏ ਕਮਾ ਰਹੀ ਹੈ। ਇਹ ਜੋਤੀ ਦੀ ਕਹਾਣੀ ਜਿਹੜੀ ਹੈ ਨਾ, ਕਮਾਲ ਦੀ ਹੈ। ਇਸ ਔਰਤ ਦੀ ਕਹਾਣੀ ਕਿਵੇਂ, ਕਿੰਨੀਆਂ ਮੁਸ਼ਕਿਲਾਂ, ਮਾਨਸਿਕ, ਸਰੀਰਕ, ਬਿਲਕੁਲ ਨਹੀਂ ਥੱਕਦੀ, ਅਤੇ ਫਿਰ ਇਹਦਾ ਵੱਡਾ ਨਾਂ ਬਣਦਾ ਇਸ ਕੰਪਨੀ ਦਾ। ਅਤੇ ਮੈਨੂੰ ਫਿਰ ਜਦੋਂ ਮੈਂ ਇਹਨੂੰ ਪੜ੍ਹ ਰਿਹਾ ਸੀ,
ਤੇ ਫਿਰ ਮੈਨੂੰ ਹਰੀਵੰਸ਼ ਰਾਏ ਬਚਨ, ਜਿਹੜਾ ਕਿ ਅਮਿਤਾਭ ਬੱਚਨ ਦਾ ਪਿਤਾ ਹੈ, ਸ਼ਾਇਰ ਹੈ, ਉਹਦੀ ਇੱਕ ਬੜੀ ਪॉपुलर ਕਵਿਤਾ ਹੈ, ਤੁਸੀਂ ਵੀ ਸੁਣੀ ਹੋਊਗੀ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕभी ਹਾਰ ਨਹੀਂ ਹੋਤੀ, ਉਹ ਯਾਦ ਆਉਂਦੀ ਹੈ। ਤੇ ਮੈਨੂੰ ਯਾਦ ਆਉਂਦਾ ਹੈ ਕਿ ਜਿਹੜੇ ਲੋਕ ਮੁਸ਼ਕਲਾਂ ਤੋਂ ਡਰਦੇ ਨੇ, ਜਿਹੜੇ ਫੇਲਰ ਤੋਂ ਡਰਦੇ ਨੇ ਵੀ ਮੈਂ ਅਸਫਲ ਨਾ ਹੋ ਜਾ, ਉਹ ਕਦੇ ਕੁਛ ਨਹੀਂ ਕਰਦੇ। ਜਿਹਨੇ ਕੁਛ ਵੱਡਾ ਕਰਨਾ ਹੈ, ਨਾ ਤਾਂ ਉਹ ਮੁਸ਼ਕਲਾਂ ਤੋਂ ਡਰਦੇ ਨੇ, ਨਾ ਕਠਿਨਾਈਆਂ ਤੋਂ ਡਰਦੇ ਨੇ, ਉਹ ਵੱਡਾ ਕਰ ਜਾਂਦੇ ਨੇ। ਜਦੋਂ ਹਰੀਵੰਸ਼ ਰਾਏ ਜਿਹੜਾ ਬਚਨ ਲਿਖਦਾ ਹੈ, ਮੇਰਾ ਖਿਆਲ ਹੈ ਕਿ ਉਹ ਇਸ ਤਰ੍ਹਾਂ ਦੀ ਔਰਤ ਬਾਰੇ ਹੀ ਉਸਨੇ ਲਿਖਿਆ ਹੋ ਜੋ ਇੱਥੇ ਬਾਰੇ ਕੀ ਕਹਿੰਦਾ। ਇੱਕ ਟੱਪਾ ਮੈਂ ਕੁਛ ਲਾਈਨਾਂ ਦੱਸ ਦਿੰਦਾ, ਵੱਡੀ ਕਵਿਤਾ ਵੈਸੇ ਉਹਦੀ। असफलता एक चुनौती है। देखो ये किन्नी बार इन्हें किन्नी मेहनत की थी, कई थावां ते गई, कई थां ते नौकरी नहीं, हुण किन्नी नौकरी नहीं मिली, असफल होके डरी नहीं, लगी रही। असफलता एक चुनौती है, इसे स्वीकार करो, क्या कमी रह गई, अंग्रेजी नहीं आती सी, क्या कमी रह गई देखो और सुधार करो। ਉੱਥੇ ਜਾ ਕੇ ਅੰਗਰੇਜ਼ੀ ਵੀ ਸਿੱਖੀ, ਬੋਲਣੀ ਸਿੱਖੀ, ਲਿਖਣੀ ਸਿੱਖੀ। असफलता एक चुनौती है, इसे स्वीकार करो, क्या कमी रह गई देखो और सुधार करो, जब तक ना सफल हो नींद चैन त्यागो तुम, संघर्ष का मैदान छोड़कर मत भागो तुम, कुछ किए बिना जय जयकार नहीं होती, कोशिश करने वालों की कभी हार नहीं होती। सो कोशिश करते रहना चाहिए, अजय नहीं।